ਅੱਜ ਨਾ 9 डिग्री टैंपरेचर है तो यदा मतलब है कि ठंड हुण आउंदी जांदी है, चस बड़ी है, मट्ठी मट्ठी हवा चलदी है तो स्वाद बड़ा आउंदा वॉक करन दा। माहौल भी साफ सुथरा होवे, मौसम भी चंगा होवे तो जी तो करदा फिर बंदा कई कई किलोमीटर दिहाड़ी दी वॉक कर छड़े। अच्छा, अज दा मौजू ये हैगा कि ਇਹ ਜਿਹੜੇ ਔਖੇ ਭਾਰੇ ਵੇਲੇ ਨੇ ਨਾ, ਇਹ ਸਾਰੇ ਹੀ ਬੰਦਿਆਂ ਦੇ ਕਿਤੇ ਨਾ ਕਿਤੇ ਜ਼ਿੰਦਗੀ 'ਚ ਆ ਜਾਂਦੇ ਨੇ ਅਤੇ ਇਹਨਾਂ ਵੱਲ ਵੇਖ ਕੇ ਅੱਖਾਂ ਬੰਦ ਕਰ ਲੈਣਾ ਜਾਂ ਸ਼ੁਤਰਮੁਰਗ ਵਾਂਗੂ ਜਿਹੜਾ ਧੌਣ ਥੱਲੇ ਸੁੱਟ ਲੈਣੀ, ਇਹ ਕੋਈ ਕੰਮ ਨਹੀਂ। ਇਸ ਤਰ੍ਹਾਂ ਕਰਨ ਨਾਲ ਜਿਹੜੇ ਗਿਲੇ ਕਰਨਾ, ਸ਼ਿਕਵੇ ਕਰਨ ਨਾਲ, ਨੱਠ ਜਾਣ ਨਾਲ, ਹਾਲਾਤ ਨਾਲ ਮੁਕਾਬਲਾ ਨਾ ਕਰਨਾ, ਇਹਦੇ ਨਾਲ ਬੁਜ਼ਦਲੀ ਹੁੰਦੀ ਹੈ ਅਤੇ ਬੁਜ਼ਦਲੀ ਰੱਬ ਨੂੰ ਪਸੰਦ ਨਹੀਂ। ਅੱਲਾਹ ਤਾਲਾ ਨੇ ਜਦੋਂ ਦੇਣਾ ਨਾ, ਕਦੋਂ ਦੇਣਾ, ਕਿਵੇਂ ਦੇਣਾ, ਉਹਦੀਆਂ ਆਪਣੀਆਂ ਰਹਿਮਤਾਂ ਅਤੇ ਉਹਦੀ ਆਪਣੀਆਂ ਤਦਬੀਰਾਂ ਨੇ। ਬੜੀ ਵਾਕਿਆ ਮਸ਼ਹੂਰ ਨੇ, ਕੁਰਾਨ 'ਚ ਵੀ ਜ਼ਿਕਰ ਹੈ। ਅਸੀਂ ਆਪਣੇ ਖੱਬੇ ਸੱਜੇ ਵੀ ਵੇਖਦੇ ਹੀ ਰਹਿੰਦੇ ਹਾਂ ਕਿ ਕਿਵੇਂ ਰੱਬ ਦੇ ਬੰਦਿਆਂ ਦੇ ਉੱਤੇ ਮੁਸੀਬਤਾਂ ਆਈਆਂ, ਮੁਸੀਬਤਾਂ ਦੇ ਪਹਾੜ ਟੁੱਟੇ ਅਤੇ ਕਿਵੇਂ ਫਿਰ ਜਿਹੜਾ ਅੱਲਾਹ ਤਾਲਾ ਨੇ ਉਹਨਾਂ ਨੂੰ ਕੱਢਿਆ, ਉਹਨਾਂ ਆਪਣੇ ਬੰਦਿਆਂ ਨੂੰ। ਅੱਜ ਗੱਲ ਕਰਨੇ ਹਜ਼ਰਤ ਮੂਸਾ अलैहिस्सलाम ਦੀ। ਹਜ਼ਰਤ ਮੂਸਾ अलैहिस्सलाम ਤੁਹਾਨੂੰ ਪਤਾ ਕਿ ਮਿਸਰ ਦੇ ਇਲਾਕੇ ਵਿੱਚ ਸਨ ਔਰ ਹਜ਼ਰਤ ਯਾਕੂਬ अलैहिस्सलाम ਦੀ ਔਲਾਦ ਵਿੱਚੋਂ ਸਨ। ਉੱਥੇ ਇੱਕ ਫਿਰੌਨ ਦਾ ਨਾਮ ਵੀ ਤੁਸੀਂ ਸੁਣਿਆ। ਅੱਜ ਕੱਲ੍ਹ ਵੀ ਨਿੱਕੇ ਮੋਟੇ ਬੜੇ ਫਿਰੌਨ ਤੁਹਾਨੂੰ ਖੱਬੇ ਸੱਜੇ ਲੱਭਦੇ ਹੀ ਰਹਿੰਦੇ ਨੇ, ਚਾਰ ਚੁਫੇਰੇ ਵਹਿੰਦੇ ਹੀ ਰਹਿੰਦੇ ਹੋ। ਇਹ ਉਹ ਫਿਰੌਨ ਜਿਹੜਾ ਨਾ, ਉਹਨੂੰ ਜਿਹੜੇ ਚਾਰ ਚੁਫੇਰੇ ਨਹੀਂ ਹੁੰਦੇ ਹਕੂਮਤ ਦੇ, ਜਿਹੜੇ ਬਾਦਸ਼ਾਹਾਂ ਦੇ ਕੋਈ ਜਿਹੜੇ ਜਿਨ੍ਹਾਂ ਦਾ ਕੰਮ ਹੀ ਇਹ ਹੁੰਦਾ ਕਿ ਪੁੱਠ ਸਿੱਧ ਮੱਤ ਦੇਈ ਜਾਣੀ ਹੈ ਤਾਂ ਕਿ ਜਿੰਨੀ ਉਹਨੂੰ ਹਵਾ ਦਿਓ ਚੁੱਕ ਕੇ ਰੱਖੋ ਬਾਦਸ਼ਾਹ ਨੂੰ, ਕਿਸੇ ਹੁਕਮਰਾਨ ਨੂੰ, ਉਹਨੂੰ ਹਨੇਰੇ 'ਚ ਰੱਖਣਾ ਅਤੇ ਬੱਲੇ ਬੱਲੇ ਤੇਰੀ ਬੜੀ ਗੱਲ। ਅਤੇ ਧੌਣ ਇਹੋ ਹੀ ਭਨਾਉਂਦੇ ਨੇ ਜਿਹੜੇ ਚਾਰ ਚੁਫੇਰੇ ਮਸ਼ਹੂਰ ਹੁੰਦੇ ਨੇ। ਰੱਬ ਨੂੰ ਤਕੱਬਰ ਪਸੰਦ ਨਹੀਂ ਹੈਗਾ। ਫਿਰੌਨ ਦੀ ਹਕੂਮਤ ਸੀ ਮਿਸਰ ਦੇ ਵਿੱਚ ਅਤੇ ਬਹੁਤ ਜਾਬਰ ਹੁਕਮਰਾਨ ਸੀ। ਉਹ ਹਰ ਸ਼ੈ ਨੂੰ ਤਾਹੋ ਤੈਅ ਕਰੀ ਜਾਂਦਾ ਸੀ ਅਤੇ ਉਹਦਾ ਕੰਮ ਇਹੀ ਹੁੰਦਾ ਸੀ ਕਿ ਉੱਠਣ ਨਹੀਂ ਦੇਣਾ ਕਿਸੇ ਨੂੰ। ਇਹਨੂੰ ਕਹਿੰਦੇ ਨੇ ਕਿ ਐਪਰੀਹੈਂਸ਼ਨ, ਸੋਚਣ, ਅਜ਼ੰਪਸ਼ਨ 'ਤੇ ਹੀ ਇਹਨੇ ਕੱਲ੍ਹ ਨੂੰ ਮੇਰੇ ਉੱਤੇ ਹਮਲਾ ਕਰ ਦੇਣਾ ਹੈ, ਇਹਨੇ ਉੱਠ ਜਾਣਾ ਹੈ, ਇਹਨੂੰ ਇੱਥੇ ਹੀ। ਉਹਦੇ ਸਿਆਣੇ ਨੇ ਦੱਸਿਆ ਕਿ ਤੂੰ ਅਗਰ ਸਲਤਨਤ ਆਪਣੀ ਨੂੰ ਦਵਾਮ ਚਾਹੁੰਦਾ ਨਾ, ਹਕੂਮਤ ਨੂੰ, ਅਤੇ ਫਿਰ ਇੰਜ ਕਰ ਕਿ ਆਪਣੀ ਸਲਤਨਤ ਦੇ ਵਿੱਚ ਤੇਰੇ ਨਾ ਮੁੰਡਾ ਕੋਈ ਇੱਥੇ ਜੰਮਣਾ ਹੀ ਅਤੇ ਉਹਨੇ ਤੇਰੀ ਸਲਤਨਤ ਨੂੰ ਤਬਾਹ ਬਰਬਾਦ ਕਰ ਦੇਣਾ ਹੈ ਔਰ ਉਹਨੇ ਸਭ ਕੁਝ ਲੁੱਟ ਲੱਟ ਕੇ ਤੈਨੂੰ ਧੌਣ ਪਰਨੇ ਮਾਰਨਾ। ਹੁਣ ਬਾਦਸ਼ਾਹ ਬੜੇ ਅੰਨੇ ਹੁੰਦੇ ਨੇ, ਜਿਸ ਚਾਰ ਚੁਫੇਰੇ ਸੁਣਦੇ ਨਹੀਂ ਨਾ ਸਹੀ ਗੱਲਾਂ। ਆਪਣੇ ਜਿਹੜੇ ਚੱਜ ਦੇ ਕੋਈ ਮਸ਼ਹੂਰ ਹੁੰਦੇ ਨੇ ਉਹਨਾਂ ਤੋਂ ਰਹਿੰਦੇ ਨੇ ਦੂਰ, ਅਤੇ ਜਿਹੜੇ ਇਹੋ ਜਿਹੇ ਵਿਚੱਜੇ ਹੁੰਦੇ ਨੇ ਜਿਨ੍ਹਾਂ ਦਾ ਕੰਮ ਸਿਰਫ ਹੁੰਦਾ ਹੈ ਕਿ ਵਾਹ ਵਾਹ ਕਰਨਾ, ਉਹਨਾਂ ਦੀ ਸੁਣਦੇ ਨੇ। ਅੱਛਾ, ਉਹਨੇ ਕੀ ਕੀਤਾ ਕਿ ਉਹਨੇ ਆਖਿਆ ਵੀ ਲਓ ਜੀ, ਅੱਜ ਤੋਂ ਬਾਅਦ ਕੋਈ ਮੇਰੀ ਇਸ ਸਲਤਨਤ ਦੇ ਵਿੱਚ ਜਿਹੜਾ ਉਹ ਮੁੰਡਾ ਜੇ ਕੋਈ ਜੀਂਦਾ ਰਿਹਾ ਨਾ, ਜੰਮਿਆ, ਅਤੇ ਮੁੰਡਾ ਉਹਨੂੰ ਮਰਵਾ ਦੇਣਾ। ਖੌਫ ਦਾ ਆਲਮ ਸੀ। ਹਜ਼ਰਤ ਮੂਸਾ अलैहिस्सलाम ਦੀ ਵਾਲਦਾ ਮੁਹਤਰਮਾ ਉਹ ਹਾਮਲਾ ਸਨ। ਜਿਸ ਵੇਲੇ ਵਕਤ ਆਇਆ, ਬੜੀ ਘਬਰਾਹਟ ਕਿ ਮੇਰਾ ਮੁੰਡਾ ਜਿਹੜਾ, ਮੇਰੀ ਔਲਾਦ ਜਿਹੜੀ ਹੋਣੀ ਹੈ, ਜੇ ਮੁੰਡਾ ਹੋਇਆ ਤਾਂ ਇਹਨੂੰ ਮਾਰ ਛੱਡਣਾ ਇਹਨੇ, ਆਪਣਾ ਫਿਰੌਨ ਨੇ। ਉਹਨੇ ਕੀ ਕੀਤਾ ਕਿ ਜਿਸ ਵੇਲੇ ਹਜ਼ਰਤ ਮੂਸਾ अलैहिस्सलाम ਜੰਮੇ, ਉਹਨੇ ਵਿਚਾਰੀ ਨੇ ਡਰਦੀ ਨੇ ਨਾ ਉਹਨੂੰ ਸੰਦੂਕ ਇੱਕ 'ਚ ਬੰਦ ਕੀਤਾ ਅਤੇ ਬਾਹਰ ਦਰਿਆ ਵਗਦਾ ਸੀ, ਦਰਿਆ ਦੇ ਵਿੱਚ ਰੋੜ ਦਿੱਤਾ। ਹੁਣ ਇੱਥੋਂ ਰੱਬ ਦੀ ਹਿਕਮਤ ਵੇਖੋ ਤੁਸੀਂ। ਹੁਣ ਦਰਿਆ ਦੇ ਕੰਢੇ 'ਤੇ ਜਿਹੜਾ ਨਾ ਉਹ ਮਹੱਲ ਸੀ ਇਹਦਾ ਫਿਰੌਨ ਦਾ, ਅਤੇ ਫਿਰੌਨ ਦੇ ਘਰ ਵਾਲੀ ਜਿਹੜੀ ਸੀ ਨਾ ਬੀਬੀ ਆਸੀਆ, ਉਹ ਬੜੀ ਅੱਲਾ ਦੀ ਨੇਕ ਖਤੂਨ ਸੀ। ਇਹ ਵੀ ਰੱਬ ਦੇ ਕੰਮ ਨੇ ਕਿ ਚੰਗੇ ਭਲਿਆਂ ਦੇ ਅਤੇ ਭਲੇ ਬੁਰਿਆਂ ਦੇ ਇਸ ਤਰ੍ਹਾਂ ਲੜ ਲੱਗ ਜਾਂਦੇ ਨੇ। ਅੱਲਾਹ ਤਾਲਾ ਦੀ ਵੰਡ ਹੈਗੀ ਹੈ। ਬਹਰਹਾਲ ਉਹਨੂੰ ਜਿਸ ਵੇਲੇ ਉਹਨੇ ਵੇਖਿਆ ਨਾ ਵੀ ਉਹ ਇੱਕ ਸੰਦੂਕ ਆਉਣ ਡਿਆ ਅਤੇ ਉਹ ਹਸਰਤ ਹੋਈ ਵੀ ਵੇਖੀ ਇਹਦੇ 'ਚ ਕੀ ਹੈ। ਖੋਲ੍ਹਿਆ ਅਤੇ ਬੜਾ ਹੀ ਖੂਬਸੂਰਤ ਬੱਚਾ
हज़रत मूसा अलैहिस्सलाम दा तो नहीं पता भी वो ये उन्हें अपने शौहर नूं आख्या भी साड़ी औलाद तो है कोई नहीं, तो जे तू बीबा मैनू इजाजत देवे ना तो बच्चे नूं असीं पाल लईए, साड़ी औलाद तो है कोई नहीं। वो खैर डरिया तो बड़ा सी अगे ही। ये जेह्ड़े हुंदे ना इहो जे बंदे ये डरदे भी बड़ा ने, घबरांदे भी बड़ा ने। इन्हें कहा भी ठीक है रख लै जे तू इन्ना कहनी है तो। अच्छा हुण जदों संदूक रोड़िया सी ना हज़रत मूसा अलैहिस्सलाम दी माँ ने, तो हज़रत मूसा अलैहिस्सलाम दी जिहड़ी भैन है ना, भैणां भरावां दे चाऽ ते हुंदे ही ने ना, वो जिहड़े नाल कंढे कंढे वो भी जांदी रही। उन्हें वेख्या भी वो संदूक खोल लिया तो वो आसिया बीबी आसिया ने लै लिया तो फरौन दे महल्ले चला गया। तो उसदी माँ तो बड़ी घबराई। उन्हें आख्या भी जेहड़ी काम तो मैं डरनी सा ना वो काम ही जोड़ा हो गया, ये तो नहीं बचदा हुण। माँ का प्यार है ना, पर होया कि हमशीरा जी उत्थे महल दे विच ही अगे पिछे सी, तो वो बच्चा जोड़ा ना हुण उहदे दुध पीण का बंदोबस्त करना सी, वो ना कोई लभे। तो इन्हें कहा हज़रत मूसा अलैहिस्सलाम दी हमशीरा ने कि एक बीबी हैगी है, उन्होंने मैं लियावां सद के, उसका दुध शायद पी लवे। उन्हें आख्या लिया। वो हज़रत मूसा अलैहिस्सलाम दी रब ने सबब पैदा किया तो वो नाल आ गए। वो आके तो उन्हें जिस वेले दुध पियाया हज़रत मूसा अलैहिस्सलाम दी वालदा ने, तो घट 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 हज़रत मूसा अलैहिस्सलाम पीण लग पे। वो बड़ी खुश हुई बीबी आसिया। वो जिस वेले पल बढ़ के थोड़े जे वड्डे होने शुरू होए, वो एक बार ये भी दस दिन भी प्यार तो बच्चों नाल हुंदा ही है ना, भावें कोई फिरौन भी सी। हज़रत मूसा अलैहिस्सलाम नूं उन्हें चुकिया सी, उन्होंने की पता सी हज़रत मूसा अलैहिस्सलाम मेरे नाल नहीं करना जो करना है। वो जिस वेले चुकिया सी ना तो उन्हें हज़रत मूसा अलैहिस्सलाम ने मुक्का मारिया, दाड़ी जी रखी सी उत्ते मूँह ते। वो बड़ा तरट्ठा, तो उन्हें आख्या आसिया इंज ना कर, ये जेड़ा सानू किसी ने आख्या है ना, साढ़े सियाणियां ने मशीरा ने भी तुहाडा किसी इस तरह कोई बच्चा जमेगा तो यह होएगा, तो बच्चा वो ही आ। उन्हें कहा लै तू तो बेवकूफ होया, पागल होया, तू कि गल समझना है। रब अपनी तदबीर नाल उन्होंने पालन दिया सी हज़रत मूसा अलैहिस्सलाम नूं। खैर पल बढ़ के वड्डे हो गए, जवान हो गए। बाहर एक दिन फिरन डे सन, आए सन बाजार च, तो वेख्या कि बई एक बंदा जिहड़ा ना बनी इसराइल कौम दा, वो उन्होंने कुट्टन डिया कोई दूसरा जिहड़ा दूसरी कौम दा सी। वो मदद लई उन्हें पुकारिया। तो पैगंबर जिहड़े हुंदे ना, ये तुहानूं पता इन्हां नूं जुल्म ते नाल नहीं बल्कि जुल्म के खिलाफ ही खलोण दा अल्लाह ताला वालों कोई इंस्टिंक्ट हुंदी है, कोई डायरैक्शन हुंदी है। वो खैर उन्होंने समझाया हज़रत मूसा अलैहिस्सलाम ने कि बनी इसराइल वाले नूं क्यों मारना है। उन्हें अगों को आकड़िया तो हज़रत मूसा अलैहिस्सलाम ने एक मुक्का मारिया तो मर गया। हालांकि मारन का इरादा तो नहीं सी। मूसा अलैहिस्सलाम ने माफ़ी भी रब को मंगी। खैर वो महल तक भी खबर चली गई, लेकिन वो फिरौन दे घर ज़ाहिर है मूसा अलैहिस्सलाम रहिंदे सन। उन्हें कहा भी ये केड़ी गल, कोई नहीं ठीक है। इत्तफाक ऐसा होया कि अगले दिन वो फिर उस तरह ही बाजार में लंघन डे, तो वो बनी इसराइल वाला बंदा जोड़ा ना, वो आखन लगा मूसा मैनू वो मारन लगा। वो मूसा अलैहिस्सलाम नूं समझ लग गई भी ये तो झूठ मारदा है, ये तो रोज़ मैनू जेह्ड़े इहदी आदत हैगी है। इन्हें उहदी गलबात ना सुनी। खैर किस्सा मुख्तसर कि जिस वेले वडेरे होए तो हुण फिरौन दे जुल्म ते हज़रत मूसा अलैहिस्सलाम जवानी वाले फिर वेखण लग पे। उन्होंने इहदे ते रजिस्ट करना शुरू करता भी ये गल ठीक नहीं, इंज ना कर तू। पर वो कित्थे मन्ने, वो तो जुल्म अपना करी जांदा सी। खैर उस तो बाद इन्होंने की कीता कि हज़रत मूसा अलैहिस्सलाम जिहड़े ना, इन्हां दी जिहड़ी बनी इसराइल दी कौम सी ना, हुण उस वक्त तक भी इन्ना कोई क्लैरिटी नहीं सी आउण डई फिरौन भी होण की डिया। इहदे ते जिस वेले जुल्म हद तो वधाए ना फिरौन ने बनी इसराइल ते ये हज़रत मूसा अलैहिस्सलाम वो बनी इसराइलियां नूं लै के नाल ते लागे मदियन सी, मदियन दे इलाके वल टुर गए। हुण मदियन दे इलाके वल कल्ले गए या नाल कोई गया, पर उत्थे चले गए। उत्थे जाके फिर एक इहो जिहा चैलेंज सामने आ गया कि उन्हें वेख्या बई उत्थे बच्चियां ने, कोई जवान बच्चियां ने,
ਉਹਨਾਂ ਨੇ ਆਪਣੇ ਜਾਨਵਰਾਂ ਨੂੰ ਪਾਣੀ ਪਿਆਉਣਾ। ਉਹ ਜਿਹੜੇ ਵੱਡੇ ਵੱਡੇ ਤਕੜੇ ਜੁੱਸਿਆਂ ਵਾਲੇ ਮਰਦ ਸਨ ਉਹ ਉਹਨਾਂ ਨੂੰ ਪਾਣੀ ਨਹੀਂ ਪਿਆਉਣ ਦਿੰਦੇ, ਵਾਰੀ ਨਹੀਂ ਸੁਣਾਉਣ ਦਿੰਦੇ। ਉਹ ਜਾ ਕੇ ਤੇ ਮੂਸਾ अलैहिस्सलाम ਨੇ ਉਹਨਾਂ ਨੂੰ ਪੁੱਛਿਆ ਕਿ ਬੀਬੀ ਤੁਸੀਂ ਕਿਉਂ ਨਹੀਂ ਪਾਣੀ ਪਿਆਉਂਦੀਆਂ? ਇਹ ਜੀ ਅਸੀਂ ਕਿਵੇਂ ਪਾਣੀ ਪਿਆਈਏ ਵੀ ਇਹ ਜਿਹੜੇ ਬੰਦੇ ਨੇ ਨਾ ਇਹ ਸਾਡੇ ਕਹਿੰਦੇ ਨੇ ਕਿ ਪਹਿਲੋਂ ਅਸੀਂ ਪਾਣੀ ਪਿਆਉਣਾ ਫਿਰ ਤੁਹਾਡੀ ਵਾਰੀ ਆਉਣੀ, ਤੇ ਜਦੋਂ ਇਹਨਾਂ ਸਾਰੇ ਚਲੇ ਜਾਣਾ ਨਾ ਫਿਰ ਅਸੀਂ ਜਿਹੜਾ ਇਹ ਪਾਣੀ ਪਿਆਉਣਾ। ਬੜਾ ਗੁੱਸਾ ਆਇਆ ਹਜ਼ਰਤ ਮੂਸਾ अलैहिस्सलाम ਨੇ ਕਿਹਾ ਤੁਸੀਂ ਇੰਝ ਕਰੋ, ਤੁਸੀਂ ਇਹ ਜਾਨਵਰ ਮੈਨੂੰ ਦਿਓ ਨਾ, ਤੇ ਮੈਂ ਤਾਂ ਮਰਦੀ ਆ ਨਾ, ਤੇ ਮੈਂ ਜਾ ਕੇ ਇਹਨਾਂ ਨੂੰ ਪਾਣੀ ਪਿਆਉਣਾ। ਉਹ ਖੈਰ ਹਜ਼ਰਤ ਮੂਸਾ अलैहिस्सलाम ਨੇ ਪਾਣੀ ਪਿਆਇਆ। ਪਾਣੀ ਪਿਆਉਣ ਤੋਂ ਬਾਅਦ ਉਹ ਬੱਚੀਆਂ ਦੇ ਹਵਾਲੇ ਜਾਨਵਰ ਕੀਤੇ, ਤੇ ਉਹ ਬੱਚੀਆਂ ਦੌੜੀਆਂ ਆਪਣੇ ਵਾਲਿਦ ਨੂੰ ਮਿਲੀਆਂ, ਘਰ ਆਈਆਂ। ਰਵਾਇਤਾਂ ਚਾਹੁੰਦਾ ਕਿ ਹਜ਼ਰਤ ਸ਼ੁਐਬ अलैहिस्सलाम ਸਨ, ਉਹਨਾਂ ਨੂੰ ਆ ਕੇ ਦੱਸਿਆ ਅੱਬਾ ਅੱਜ ਸਾਨੂੰ ਇੱਕ ਬੰਦਾ ਟੱਕਰਿਆ। ਜਦੋਂ ਉਹਦਾ ਧਿਆਨ ਸਾਡੇ 'ਤੇ ਪਿਆ ਤੇ ਉਹਨਾਂ ਅੱਖਾਂ ਨੀਵੀਆਂ ਕਰ ਲਈਆਂ। ਉਂਝ ਸਾਨੂੰ ਜਿਸ ਵੇਲੇ ਪੁੱਛਿਆ ਵੀ ਤੁਸੀਂ ਪਾਣੀ ਕਿਉਂ ਨਹੀਂ ਪਿਆਉਂਦੀਆਂ, ਅਸੀਂ ਦੱਸਿਆ ਤੇ ਉਹ ਸਾਡੇ ਜਾਨਵਰ ਨੂੰ ਉਹਨੇ ਪਾਣੀ ਪਿਆ ਦਿੱਤਾ। ਉਹ ਕਹਿਣ ਲੱਗੇ ਹਜ਼ਰਤ ਸ਼ੁਐਬ अलैहिस्सलाम ਐਡਾ ਬੀਬਾ ਬੰਦਾ, ਐਡਾ ਚੰਗਾ ਬੰਦਾ, ਐਡਾ ਨੇਕ ਬੰਦਾ, ਉਹਨੂੰ ਲਿਆਓ ਸੱਦ ਕੇ ਉਹਨੂੰ। ਉਹ ਦੌੜੀਆਂ ਗਈਆਂ। ਉਹ ਜਾ ਕੇ ਤੇ ਹਜ਼ਰਤ ਮੂਸਾ अलैहिस्सलाम ਨੂੰ ਆਖਣ ਲੱਗੇ ਵੀ ਆਓ ਸਾਡਾ ਅੱਬਾ ਸੱਦਦਾ ਤੁਹਾਨੂੰ। ਉਹ ਜਿਸ ਵੇਲੇ ਘਰ ਗਏ ਤੇ ਹਜ਼ਰਤ ਸ਼ੁਐਬ अलैहिस्सलाम ਉਹਨਾਂ ਨੂੰ ਕਹਿੰਦੇ ਨੇ ਉਹ ਜਵਾਨਾ ਇਹ ਦੱਸ ਵੀ ਤੂੰ ਮੇਰੇ ਨਾਲ ਉਜਰਤ ਮੁਕਰਰ ਕਰ ਲੈ, ਤੇ ਤੂੰ ਮੇਰਾ ਇਹ ਕੰਮ ਸ਼ਮ ਕਰਿਆ ਕਰ, ਤੇ ਮੈਂ ਤੈਨੂੰ ਇੰਨੀ ਮਜ਼ਦੂਰੀ ਇੰਨੀ ਮਿਹਨਤ ਤੈਨੂੰ ਮੈਂ ਦੇ ਦਿਆ ਕਰਾਂਗਾ। ਉਹ ਖੈਰ ਗੱਲ ਤੈਅ ਹੋ ਗਈ ਕੋਈ। ਹਜ਼ਰਤ ਮੂਸਾ अलैहिस्सलाम ਉਹਨਾਂ ਦੇ ਜਾਨਵਰਾਂ ਨੂੰ ਪਾਣੀ ਚਰਾਣਾ ਕਰਨ ਲੱਗ ਪਏ, ਤੇ ਨਾਲ ਹਜ਼ਰਤ ਸ਼ੁਐਬ अलैहिस्सलाम ਨੇ ਕਿਹਾ ਵੀ ਅਗਰ ਤੂੰ ਇਹਨੂੰ ਕੋਈ ਵਾਹਵਾ ਸਾਲ ਕਰ ਲੈ ਨਾ, ਤੇਰਾ ਮੇਰਾ ਅਤਬਾਰ ਜਿਹੜਾ ਉਹ ਟਿਕ ਜਾਵੇ, ਤੇ ਮੈਂ ਇੱਕ ਆਪਣੀ ਧੀ ਦਾ ਰਿਸ਼ਤਾ ਵੀ ਤੇਰੇ ਨਾਲ ਕਰ ਦਿਆਂਗਾ। ਉਹ 10-12 ਸਾਲਾਂ ਦੇ ਨੇ ਕੰਮ ਕਰਦੇ ਰਹੇ ਹਜ਼ਰਤ ਮੂਸਾ अलैहिस्सलाम। ਉਹ ਕੰਮ ਜਿਸ ਵੇਲੇ ਕਰਦੇ ਰਹੇ ਤੇ ਉਸ ਤੋਂ ਬਾਅਦ ਹਜ਼ਰਤ ਸ਼ੁਐਬ अलैहिस्सलाम ਜਿਹੜੇ ਨਾ ਉਹਨਾਂ ਵੇਖ ਪਰਖ ਕੇ ਸਾਰਾ ਕਿ ਬੰਦਾ ਨੇ ਕਿ ਉਹਨਾਂ ਨੇ ਨਿਕਾਹ ਕਰਤਾ ਧੀ ਦਾ। ਉਹ ਨਿਕਾਹ ਕਰਤਾ, ਉਸ ਤੋਂ ਬਾਅਦ ਜ਼ਾਹਿਰ ਹੈ ਉਹ ਮੁੜੇ ਆਪਣੇ ਪਿਛਾਂ ਨੂੰ ਮਿਸਰ ਫਿਰ ਜਾਣਾ। ਉਹਨਾਂ ਦੇ ਭੁੱਲ ਗਏ ਹੋਣੇ ਨੇ ਲੋਕੀ। ਉਹ ਆਪਣੀ ਬੀਵੀ ਦੇ ਨਾਲ ਹਜ਼ਰਤ ਮੂਸਾ अलैहिस्सलाम ਰਹੇ ਸਨ, ਤੇ ਉਹਨਾਂ ਨੇ ਵੇਖਿਆ ਵੀ ਦੂਰ ਕਿਤੇ ਨਾ ਅੱਗ ਬਲਦੀ ਹੈ, ਤੇ ਉਹਨੂੰ ਕਹਿੰਦੇ ਨੇ ਆਪਣੀ ਬੀਵੀ ਨੂੰ ਕਿ ਤੂੰ ਬੀਬੀ ਇੱਥੇ ਬਹੋ, ਤੇ ਮੈਂ ਜਿਹੜਾ ਨਾ ਉਹ ਉੱਥੋਂ ਅੱਗ ਲੈ ਕੇ ਤੇ ਆਉਣਾ, ਇਸ ਵਾਸਤੇ ਕਿ ਅੱਗ ਦੀ ਸਾਨੂੰ ਲੋੜ ਵੀ ਹੈਗੀ ਹੈ। ਉਹ ਕਹਿਣ ਲੱਗੀ ਠੀਕ ਹੈ। ਉਹ ਉੱਥੇ ਬਹਿ ਗਈ। ਜਿਸ ਵੇਲੇ ਹਜ਼ਰਤ ਮੂਸਾ अलैहिस्सलाम ਉਹ ਲੈਣ ਗਏ ਅੱਗ, ਤੇ ਰਾਹ 'ਚੋਂ ਇੱਕ ਆਵਾਜ਼ ਆਈ ਮੂਸਾ। ਉਹ 2-3-4 ਵਾਰੀ ਆਵਾਜ਼ ਆਈ, ਤੇ ਹਜ਼ਰਤ ਮੂਸਾ अलैहिस्सलाम ਖਲੋਤੇ। ਉਹਨਾਂ ਖਲੋ ਕੇ ਤੇ ਵੇਖਿਆ ਕਿ ਆਵਾਜ਼ ਅੱਗੋਂ ਜਵਾਬ ਦਿੱਤਾ, ਤੇ ਹਜ਼ਰਤ ਮੂਸਾ अलैहिस्सलाम ਨੂੰ ਇਹ ਡਾਇਰੈਕਸ਼ਨ ਦਿੱਤੀ ਗਈ ਵੀ ਤੁਸੀਂ ਉਹ ਜਾਓ ਉੱਥੇ ਪਹਾੜ 'ਤੇ ਨਾ ਕੋਹ ਤੂਰ ਦੇ ਲਾਗੇ। ਉਹ ਜਿਸ ਤਰ੍ਹਾਂ ਹਜ਼ਰਤ ਮੂਸਾ अलैहिस्सलाम ਉੱਥੇ ਗਏ, ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਅੱਲਾਹ ਤਾਲਾ ਨੇ ਉਹਨਾਂ ਨੂੰ ਚੁਣ ਲਿਆ ਪੈਗੰਬਰੀ ਲਈ। ਉਹਨਾਂ ਨੂੰ ਉਸ ਮੌਕੇ 'ਤੇ ਨਬੂਵਤ ਵੀ ਅਤਾ ਹੋ ਗਈ, ਤੇ ਨਾਲ ਉਹਨਾਂ ਨੂੰ ਜਿਹੜਾ ਇੱਕ ਆਸਾ ਦੇ ਦਿੱਤਾ ਗਿਆ, ਅਸੋਟੀ ਲਾਠੀ ਜਿਹੀ, ਤੇ ਨਾਲ ਉਹਨਾਂ ਨੂੰ ਜਿਹੜਾ ਉਹ ਦੇ ਦਿੱਤਾ ਗਿਆ ਯਦੇ ਬਹਿਜ਼ਾ ਦਾ ਮੋਜ਼ਾ, ਕਿ ਜਿਹੜਾ ਹੱਥ ਆਪਣੇ ਗਿਰਬਾਨ 'ਚ ਪਾਉਣ, ਤੇ ਉਸ ਤੋਂ ਬਾਅਦ ਉਹ ਜਿਸ ਵੇਲੇ ਕੱਢਣਗੇ ਤੇ ਬੜਾ ਚਮਕਦਾ ਨਜ਼ਰ ਆਏਗਾ ਨਾ। ਉਹ ਬੜੇ ਖੈਰ ਨਮੋਜ਼ੇ ਲੈ ਕੇ ਤੇ ਨਾਲ ਹੀ ਸੁਣਾ ਦਿੱਤਾ ਕਿ ਜਾ ਹੁਣ ਫਿਰੌਨ ਨੂੰ ਮਿਲ, ਤੇ ਉਹਨੂੰ ਜਾ ਕੇ ਦੱਸ ਕਿ ਬਈ ਮੈਂ ਆ ਗਿਆ, ਤੇ ਮੈਂ ਅੱਲਾ ਦਾ ਬੰਦਾ, ਅੱਲਾ ਦਾ ਪੈਗੰਬਰ ਹਾਂ, ਤੇ ਮੈਂ ਤੈਨੂੰ ਸੁਣਾ ਦੇਣਾ ਕਿ ਤੂੰ ਬੰਦੇ ਦਾ ਪੁੱਤਰ ਬਣ ਜਾ, ਕੰਮ ਸਿੱਧੇ ਕਰ ਤੇ ਰੱਬ ਮੇਰੇ ਨੂੰ ਮੰਨ। ਉਹ ਖੈਰ ਜਿਸ ਵੇਲੇ ਆਇਆ ਤੇ ਉਹ ਫਿਰੌਨ ਕਹਿਣ ਲੱਗਾ ਮੈਂ ਕਿਉਂ ਮੰਨਾਂ ਤੈਨੂੰ, ਤੂੰ ਸਾਬਤ ਕਰ ਵੀ ਤੂੰ ਰੱਬ ਦਾ ਪੈਗੰਬਰ ਹੈ। ਉਹਨੇ ਆਖਿਆ ਠੀਕ ਹੈ ਸਾਬਤ ਵੀ ਕਰ ਲੈਂਦੇ ਹਾਂ। ਉਹਨੇ ਸੱਦਿਆ ਫਿਰੌਨ ਨੇ ਆਪਣੇ ਜਿੰਨੇ ਜਾਦੂਗਰ ਸਨ ਨਾ ਉਸ ਮੁਲਕ ਦੇ, ਕਿ ਆਓ ਭਾਈ ਦੱਸੋ ਹੁਣ ਇਹ ਬੰਦਾ ਇੱਕ ਆਇਆ ਤੇ ਕਹਿੰਦਾ ਵੀ ਤੇ ਤੁਸੀਂ ਹੁਣ ਕੀ ਆਂਦੇ ਹੋ? ਉਹਨੇ ਕਿਹਾ ਵੀ ਜੇ ਇਹ ਦੱਸ ਤੂੰ ਮੈਨੂੰ ਵੀ ਜੇ ਅਸੀਂ ਇਹਦੇ ਕੋਲ ਜਿੱਤ ਗਏ ਜਾਦੂ 'ਚ, ਕਿਉਂਕਿ ਮਿਸਰ ਦੇ ਵਿੱਚ ਜਾਦੂ ਬੜਾ ਮਸ਼ਹੂਰ ਸੀ, ਤੇ ਫਿਰ ਤੂੰ ਸਾਨੂੰ ਕੀ ਕਰੇਂਗਾ, ਸਾਨੂੰ ਕੀ ਇਨਾਮ ਦੇਂਗਾ? ਤੇ ਉਹ ਕਹਿੰਦੇ ਨੇ ਕਿ ਤੁਹਾਨੂੰ ਮੈਂ, ਫਿਰੌਨ ਕਹਿੰਦਾ ਮੈਂ ਤੁਹਾਨੂੰ ਇਨਾਮ ਦਿਆਂਗਾ ਕਿ ਤੁਹਾਨੂੰ ਮੈਂ ਆਪਣੇ ਜਿਹੜੇ ਕੁਰਬ ਵਾਲੇ ਲੋਕ ਨੇ ਨਾ, ਕੁਰਬਤ ਵਾਲੇ ਮਸ਼ੀਰਾਂ ਵਿੱਚ ਮੈਂ ਸ਼ਾਮਲ ਕਰ ਲਾਂਗਾ। ਉਹਨੇ ਕਿਹਾ ਠੀਕ ਹੈ। ਉਹ ਹੁਣ ਮੁਤਵੱਜੋ ਹੋਏ
ਸਾਰੇ ਜਾਦੂਗਰ ਹਜ਼ਰਤ ਮੂਸਾ ਅਲੈਹਿ ਸਲਾਮ ਵੱਲ, ਹਾਂ ਜੀ ਤੁਸੀਂ ਹੁਣ ਪਹਿਲੋਂ ਜਾਦੂ ਵਿਖਾਉਣਾ ਕਿ ਅਸੀਂ ਜਾਦੂ ਵਿਖਾਉਣਾ? ਤੇ ਹਜ਼ਰਤ ਮੂਸਾ ਅਲੈਹਿ ਸਲਾਮ ਕਹਿੰਦੇ ਨੇ ਵੀ ਤੁਸੀਂ ਵਿਖਾ ਲਓ, ਮੈਂ ਬਾਅਦ 'ਚ ਵਿਖਾਵਾਂਗਾ। ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਨੇ ਜਿਹੜਾ ਰੱਸੀਆਂ ਸੁੱਟੀਆਂ, ਅੱਖਾਂ ਦਾ ਸਹਿਰ ਐਸਾ ਸੀ ਜਾਦੂ ਤੋਂ ਬਰਹੱਕ ਕੇ ਨਾ, ਜਾਦੂ ਤਾਂ ਹੋ ਹੀ ਜਾਂਦਾ, ਉਹ ਸਾਰੀਆਂ ਸੱਪ ਬਣ ਕੇ ਨੱਠਣ ਲੱਗ ਪਈਆਂ। ਫਿਰ ਅੱਲਾ ਦਾ ਹੁਕਮ ਆਇਆ ਕਿ ਇਹ ਮੂਸਾ, ਇਹ ਆਪਣਾ ਆਸਾ ਜਿਹੜਾ ਨਾ ਆਸਾ, ਇਹਨੂੰ ਸੁੱਟ ਇੱਥੇ। ਉਹ ਜਿਸ ਹਜ਼ਰਤ ਮੂਸਾ ਅਲੈਹਿ ਸਲਾਮ ਨੇ ਆਸਾ ਸੁੱਟਿਆ ਨਾ, ਉੱਥੇ ਬੜਾ ਵੱਡਾ ਅਜਦਹਾ ਬਣ ਗਿਆ। ਉਹ ਸਾਰੀਆਂ ਛੋਟੀਆਂ ਰੱਸੀਆਂ ਨੂੰ, ਜਿਹੜੇ ਸੱਪ ਬਣੇ ਸਨ, ਉਹਨਾਂ ਨੂੰ ਉਹਨੇ ਖਾ ਲਿਆ, ਉਹ ਚੁੱਕ ਗਿਆ ਉੱਥੋਂ। ਇਹ ਵਾਕਿਆ ਤੋਂ ਬਾਅਦ ਖੌਫ ਦਾ ਇੱਕ ਆਲਮ ਉੱਥੇ। ਉਹ ਤੇ ਫਟਾਫਟ ਸਾਰੇ ਜਾਦੂਗਰ ਜਿਹੜੇ ਨਾ, ਉਹ ਸਜਦੇ ਪੈ ਗਏ, ਤੇਰੇ ਈਮਾਨ ਲੈਂਦਾ ਉਹਨਾਂ ਹਜ਼ਰਤ ਮੂਸਾ ਅਲੈਹਿ ਸਲਾਮ ਤੇ ਵੀ ਸਾਨੂੰ ਮਾਫੀ ਦੇ ਤੇ ਆਪਣੇ ਰੱਬ ਕੋਲੋਂ ਮਾਫੀ ਲੈ ਦੇ, ਅਸੀਂ ਤੇਰੇ ਰੱਬ ਤੇ ਈਮਾਨ ਲਿਆਂਦਾ। ਉਹ ਫਿਰੌਨ ਜਿਹੜਾ, ਉਹ ਤੇ ਆਪਣੇ ਆਪ ਨੂੰ ਕਹਿੰਦਾ ਹੁੰਦਾ ਸੀ ਨਾ ਕਿ ਅਨਾ ਰੱਬੁਕੁਮੁਲ ਆਲਾ, ਮੈਂ ਸਭ ਤੋਂ ਵੱਡਾ ਰੱਬ। ਜਿਸ ਵੇਲੇ ਇਹ ਵਾਕਿਆ ਹੋਇਆ ਤੇ ਉਹਨੂੰ ਤੇ ਲੱਗ ਗਈ ਅੱਗ। ਉਹਨੇ ਆਖਿਆ ਮੈਂ ਤੁਹਾਡੇ ਹੱਥ ਪੈਰ ਪੁੱਠੇ ਕਟਾ ਦਿਆਂਗਾ, ਪੁੱਠੇ ਵੀ ਤੁਹਾਡਾ ਖੱਬਾ ਹੱਥ ਤੇ ਸੱਜਾ ਪੈਰ ਜਿਹੜਾ ਨਾ ਕਟਾ ਦਿਆਂਗਾ। ਉਹਨੇ ਖੈਰ ਜਿੰਨੋਂ ਜੋ ਹੈ ਜ਼ੁਲਮ ਬਰਬਰੀਅਤ ਹੋਈ, ਤੇ ਜਿਨ੍ਹਾਂ ਨੇ ਈਮਾਨ ਲਿਆਂਦਾ ਸੀ ਜਾਂ ਜਿਹੜੇ ਬਨੀ ਇਸਰਾਈਲ ਦੇ ਕੁਝ ਲੋਕ ਸਨ, ਉਹਨਾਂ ਸਾਰਿਆਂ ਨੇ ਜਿਹੜਾ ਹਜ਼ਰਤ ਮੂਸਾ ਅਲੈਹਿ ਸਲਾਮ ਦੇ ਪਿੱਛੇ ਕਿਹਾ ਵੀ ਅਸੀਂ ਜੀ ਤੁਹਾਡੇ ਨਾਲ ਚੱਲਦੇ ਹਾਂ ਤੇ ਸਾਡੀ ਇੱਥੋਂ ਜਾਨ ਛਡਾਓ। ਉਹ ਜਿਸ ਵੇਲੇ ਉੱਥੋਂ ਨਿਕਲੇ ਤੇ ਅਗਲਾ ਵਾਕਿਆ ਤੁਹਾਨੂੰ ਪਤਾ, ਫਿਰ ਦਰਿਆਏ ਨੀਲ ਦੇ ਵਿੱਚੋਂ